ਕਿ ਤੁਹਾਡਾ ਬੇਟਾ ਨਹੀਂ ਸੀ ਪੈਦਾ, ਇਸ ਵਜ੍ਹਾ ਤੋਂ ਸ਼ਾਇਦ ਤੁਹਾਡੀ ਸੱਸ ਤੁਹਾਡੇ ਨਾਲ ਸਹੀ ਨਹੀਂ। ਹਾਂਜੀ, ਇਸ ਵਜ੍ਹਾ ਤੋਂ ਕਹਿੰਦੇ ਸੀ, ਕਹਿੰਦੇ ਚ ਬੇਟਾ ਪੈਦਾ ਨਹੀਂ ਹੋ ਸਕਦਾ, ਬੇਟੀਆਂ ਹੀ ਹੋ ਰਹੀਆਂ ਨੇ। ਲੇਕਿਨ ਜਿਹੜਾ ਤੁਹਾਡਾ ਹਸਬੈਂਡ ਸੀ ਉਹ ਤਾਂ ਤੁਹਾਡੇ ਨਾਲ ਲਵ ਕਰਦਾ ਸੀ, ਪਿਆਰ ਕਰਦਾ ਸੀ, ਤੇ ਫਿਰ ਉਹ ਕਿਵੇਂ ਆਪਣੀ ਮਾਂ ਦੀ ਗੱਲਾਂ 'ਚ ਬਸ ਆ ਉਹਨੇ ਹੀ ਨਹੀਂ ਸੋਚਿਆ ਕਿ ਤੁਸੀਂ ਕਿਹਾ ਨਹੀਂ ਉਹਨੂੰ ਕਿ ਤੂੰ ਤੇ ਮੈਨੂੰ ਬੜੇ ਪਿਆਰ ਕਰਕੇ ਲਿਆਂਦਾ ਸੀ ਤੇ ਅੱਜ ਛੱਡਣ ਲੱਗਿਆ ਤੈਨੂੰ ਕੋਈ ਯਾਦ ਨਹੀਂ ਆਇਆ? ਬਸ ਮਾਂ ਨੇ ਪੱਟ ਲਿਆ ਉਹਨੂੰ, ਗੱਲਾਂ ਬਾਤਾਂ ਚ ਆਪਣੀਆਂ ਚ ਲੈ ਆਂਦਾ। ਤੁਸੀਂ ਫਿਰ ਆਪਣੇ ਮਾਪਿਓ ਕੋ ਘਰ ਪਿੱਛੇ ਚਲੇ ਗਏ? ਗਏ ਸੀ ਤਾਂ ਉਹਨਾਂ ਕਿਹਾ ਤੁਸੀਂ ਆਪਣੀ ਮਰਜ਼ੀ ਕੀਤੀ, ਹੁਣ ਸਾਡੀ ਪਰ ਤੁਸੀਂ ਜੋ ਮਰਜ਼ੀ ਕਰੋ, ਮਰੋ ਜੀਵੋ ਆਪਣੇ। ਅੱਛਾ, ਉਹਨਾਂ ਤੁਹਾਨੂੰ ਐਕਸੈਪਟ ਹੀ ਨਹੀਂ ਕੀਤਾ? ਨਹੀਂ ਨਹੀਂ, ਕੋਈ ਨਹੀਂ। ਤੇ ਤੁਸੀਂ ਲੋਕਾਂ ਦੇ ਘਰਾਂ 'ਚ ਕੰਮ ਕਰਨ ਜਾਂਦੇ ਹੋ ਤੇ ਤੁਹਾਨੂੰ ਲੋਕ ਨਹੀਂ ਬੁਰੀ ਨਜ਼ਰਾਂ ਨਾਲ ਦੇਖਦੇ, ਉਹ ਗੱਲਾਂ ਨਹੀਂ ਕਰਦੇ? ਦੇਖਦੇ ਨੇ, ਬਹੁਤ ਗੱਲਾਂ ਕਰਦੇ ਨੇ, ਕੀ ਕਰੀਏ, ਮਜਬੂਰ ਆ। ਕਿਸ ਤਰ੍ਹਾਂ ਦਾ ਸ਼ਖਸ ਚਾਹੁੰਦੇ ਹੋ ਤੁਸੀਂ ਕਿ ਕਿਸ ਤਰ੍ਹਾਂ ਦਾ ਤੁਹਾਨੂੰ ਸ਼ਖਸ ਮਿਲੇ ਤੇ ਤੁਸੀਂ ਨਿਕਾਹ ਕਰ ਲਓ? ਕੋਈ ਅੱਛਾ ਇਨਸਾਨ ਮੁਖਲਸ ਮਿਲੇ, ਜਿਹੜੀ ਇੱਜ਼ਤ ਨਾਲ ਰੋਟੀ ਕਮਾ ਤੇ ਖਵਾ ਸਕੇ, ਮੇਰੇ ਬੱਚਿਆਂ ਨੂੰ ਸੰਭਾਲ ਸਕੇ, ਅੱਛਾ, ਮੈਨੂੰ ਇੱਜ਼ਤ ਦੇ ਸਕੇ। ਤੁਹਾਨੂੰ ਇਸ ਚੀਜ਼ ਦੀ ਗਾਰੰਟੀ ਚਾਹੀਦੀ ਜਿਹੜਾ ਤੁਹਾਨੂੰ ਇੱਜ਼ਤ ਦੇਵੇ, ਤੁਹਾਡੇ ਬੱਚਿਆਂ ਨੂੰ ਰੋਟੀ ਤੇ ਤੁਹਾਨੂੰ ਘਰ ਬਹਿ ਕੇ ਤੁਹਾਨੂੰ ਖਿਲਾ ਸਕੇ, ਤੇ ਤੁਸੀਂ ਉਹਦੇ ਨਾਲ ਕਰਨ ਨੂੰ ਤਿਆਰ? ਹਾਂਜੀ ਹਾਂਜੀ। अस्सलाम वालेकुम व्यूअर्स, आप देख रहे हैं टू दी पाकिस्तान और मैं आपका अपना मेज़बान ज़ुबैर राजपूत। और आज एक और हम सैड स्टोरी लेकर हाज़िर हुए हैं। और एक स्टोरी, ऐसी स्टोरी जो एक स्कूल से शुरू होती है और ये कहाँ तक चलती है और इसका नतीजा क्या होता है। हम मोहतरमा हमारे साथ बैठी हुई हैं, इनसे जानते हैं कि इनकी जो एक लव स्टोरी का एक और अंजाम हम आपको बताने लगे हैं कि ये एक लव स्टोरी शुरू कैसी हुई और इसका अंजाम कहाँ पे आके ख़त्म हुआ। तो हम बात करते हैं और इनसे जानने की कोशिश करते हैं कि इनके साथ क्या कुछ हुआ है और ये किस हाल में इस टाइम ज़िंदगी बसर कर रही हैं। अस्सलाम वालेकुम। वालेकुम अस्सलाम। जो आपने बताया जो ये लव मैरिज आपकी हुई है, ये कैसे शुरुआत हुई? आपने बोला कि स्कूल टाइम का, मतलब आपका एक कोई दोस्त था जिससे आपने शादी की, तो ये कैसे शुरुआत हुई स्कूल टाइम में? ये मैट्रिक की आपने बात बताई है, ये कैसे सिलसिला हुआ? मैट्रिक में पढ़ते थे? हाँ जी, हाँ जी, ਅਸੀਂ ਸਕੂਲ ਚ ਪੜ੍ਹਦੇ ਸੀ, ਉੱਥੇ ਸਾਡੀ ਗੱਲਬਾਤ ਹੋਣ ਲੱਗ ਗਈ। अच्छा, ਉਹਦੇ ਘਰ ਦੇ ਨਹੀਂ ਮੰਨਦੇ ਸੀ, ਅਸੀਂ ਬਲਿਆਦਰੀ ਦੇ ਫਰਕ ਸੀ। अच्छा, बरादरियों में फ़र्क था? ਹਾਂਜੀ, ਤਾਂ ਉਹ अच्छा। ਕਹਿੰਦੇ ਸੀ ਨਹੀਂ, ਅਸੀਂ ਗੈਰ ਬਲਿਆਦਰੀ ਚ नहीं करना चाहते। फिर अच्छा, मतलब फिर आपकी बात होती थी वैसे कोई? हाँ जी, घर दा फोन पे बात होती? हाँ जी, किसके फोन पे बात होती? ਘਰ ਦਾ ਨੰਬਰ ਚੱਲਦਾ ਸੀ ਅੰਮੀ ਅੱਛਾ। ਹੋਰਾਂ ਦਾ, ਉਹਨਾਂ ਦੇ ਗੱਲ ਹੁੰਦੀ ਸੀ। ਸਹੀ। ਜਦੋਂ ਘਰ ਦੇ ਨਹੀਂ ਮੰਨੇ ਫਿਰ ਅੱਗੇ ਕੀ ਹੋਇਆ? ਫਿਰ ਅਸੀਂ ਆਪਣੀ ਪਸੰਦ ਦੀ ਸ਼ਾਦੀ ਕਰ ਲਈ। ਉਹਨਾਂ ਅੱਛਾ। ਮੁੰਡੇ ਨੇ ਕਿਹਾ ਕਿ ਮੈਂ ਇੱਧਰ ਹੀ ਕਰਨੀ ਹੈ, ਆਪਣੇ ਘਰਦਿਆਂ ਤੋਂ। ਘਰੋਂ ਦੌੜ ਕੇ ਕਰ ਲਈ? ਹਾਂਜੀ, ਦੌੜ ਕੇ ਕਿਵੇਂ ਕਰ। ਘਰੋਂ ਦੌੜਨ ਲੱਗੇ ਕੀ ਕੀਤਾ? ਬਸ ਕੁਛ ਉਹਨਾਂ ਦੇ ਕੋਲ ਪੈਸੇ ਹੈਗੇ ਸੀ, ਕੁਛ ਮੇਰੇ ਹੱਥੀ ਜਿਹੜੇ ਆਏ ਸੀ ਲੈ। ਮਤਲਬ ਮਾਂ ਪਿਓ ਦੇ ਬਟੂਏ ਚ ਕੱਢੇ? ਹਾਂਜੀ ਹਾਂਜੀ। ਅੱਛਾ, ਫਿਰ ਅਸੀਂ ਕਰ ਲਿਆ, ਨਿਕਾਹ ਕਰ ਲਿਆ ਕੁਛ ਅੱਛਾ, ਦੇਰ। ਘਰੋਂ ਦੌੜ ਕੇ ਨਿਕਾਹ ਕਰ ਲਿਆ? ਹਾਂਜੀ। ਫਿਰ ਕਿੰਨਾ ਅਰਸਾ ਬਾਹਰ ਰਹੇ ਤੁਸੀਂ ਨਿਕਾਹ ਤੋਂ ਬਾਅਦ? ਬਸ 6 ਕੁ ਮਹੀਨੇ ਰਹੇ ਬਾਹਰ। ਅੱਛਾ। ਫਿਰ ਉਹਨਾਂ ਦੇ ਘਰਦਿਆਂ ਨੇ ਕਿਹਾ ਕਿ ਘਰ ਆ ਜਾਓ। ਅੱਛਾ, ਤੁਹਾਡੇ ਘਰਦਿਆਂ ਨੇ ਮੁੰਡੇ ਦੇ ਘਰ? ਮੁੰਡੇ ਦੇ ਘਰਦਿਆਂ ਨੇ ਕਿਹਾ। ਅੱਛਾ, ਫਿਰ ਬੜੀ ਮੁਸ਼ਕਲ ਉਹਨਾਂ ਮਨਾਇਆ, ਉਹਨਾਂ ਕਿਹਾ ਕਿ ਅਸੀਂ ਦੋਵਾਂ ਜੀਆਂ ਨੇ ਆਣਾ ਹੈ। ਫਿਰ ਅਸੀਂ ਘਰ ਚਲੇ ਗਏ। ਮਤਲਬ ਲੜਕੇ ਨੇ ਡਿਮਾਂਡ ਕੀਤੀ ਕਿ ਮੈਂ ਤੁਹਾਨੂੰ ਨਾਲ ਲੈ ਕੇ ਜਾਣਾ, ਮੈਂ ਇਕੱਲਿਆਂ ਨਹੀਂ ਘਰ ਆਣਾ, ਉਹਨਾਂ ਫਿਰ ਐਕਸੈਪਟ ਕਰ ਲਿਆ ਤੁਹਾਨੂੰ? ਹਾਂਜੀ, ਕਰ ਲਿਆ। ਅੱਛਾ, ਫਿਰ ਅਸੀਂ ਘਰ ਚਲੇ ਗਏ। ਘਰ ਕੁਛ ਮਾਮਲਾਤ ਖਰਾਬ ਸੀ, ਮੇਰੇ ਨਾਲ ਨਹੀਂ ਸੀ ਸਹੀ ਰਹਿੰਦੇ ਘਰ ਦੇ। ਮਤਲਬ ਤੁਹਾਡੀ ਜਿਹੜੀ ਸੱਸ ਸੀ ਉਹ ਸ਼ੁਰੂ ਤੋਂ ਤੁਹਾਡੇ ਨਾਲ ਅਣਬਣ ਚੱਲਦੀ? ਹਾਂਜੀ ਹਾਂਜੀ। ਅੱਛਾ, ਫਿਰ? ਇਸ ਵਜ੍ਹਾ ਤੋਂ ਰੋਲੇ ਰੱਪੇ ਪੈਂਦੇ ਰਹੇ। ਅੱਛਾ, ਫਿਰ ਉਹਨਾਂ ਮੈਨੂੰ ਛੱਡ ਦਿੱਤਾ ਆਖਰ। ਇਹ ਜਿਹੜੇ ਤੁਹਾਡੇ ਰੋਲੇ ਰੱਪੇ ਚੱਲਦੇ ਸਨ, ਕਿੰਨੇ ਅਰਸਾ ਤੁਹਾਡੇ ਰੋਲੇ ਰੱਪੇ ਚੱਲਦੇ ਰਹੇ? 4-5 ਸਾਲ ਤੁਸੀਂ ਦੱਸਿਆ, ਮਤਲਬ ਕਿੰਨਾ ਤੁਹਾਡਾ ਅਰਸਾ ਗੁਜ਼ਰਿਆ ਨਿਕਾਹ ਦੇ ਵਿੱਚ? ਹਾਂਜੀ, ਥੋੜੀ ਦੇਰ ਹੀ ਸਹੀ ਰਹੇ ਨੇ, ਫਿਰ ਰੋਲੇ ਰੱਪੇ ਚੱਲਦੇ ਰਹੇ, ਲੜਾਈਆਂ ਝਗੜੇ ਹੁੰਦੇ ਰਹੇ। ਫਿਰ ਐਂਡ ਤੇ ਉਹਨਾਂ ਮੈਨੂੰ ਛੱਡ ਦਿੱਤਾ। ਅੱਛਾ, ਛੱਡਤਾ, ਤਲਾਕ ਦੇ ਦਿੱਤੀ। ਅੱਛਾ, ਇਸ ਦੌਰਾਨ ਤੁਹਾਡਾ ਜਿਹੜਾ ਸਫ਼ਰ ਰਿਹਾ ਉਹਦੇ 'ਚ ਤੁਹਾਡੇ ਬੱਚੇ ਕਿੰਨੇ ਹੋਏ? 3 ਬੇਟੀਆਂ ਹੋਈਆਂ ਨੇ। ਅੱਛਾ, ਖਾਲੀ 3 ਬੇਟੀਆਂ ਹੀ, ਬੇਟਾ ਕੋਈ ਨਹੀਂ ਹੋਇਆ? ਨਹੀਂ ਨਹੀਂ, ਬੇਟਾ ਕੋਈ ਨਹੀਂ ਹੋਇਆ। ਇਹਦੀ ਵਜ੍ਹਾ ਇਹ ਤੇ ਨਹੀਂ ਹੈ ਕਿ ਤੁਹਾਡਾ ਬੇਟਾ ਨਹੀਂ ਸੀ ਪੈਦਾ, ਇਸ ਵਜ੍ਹਾ ਤੋਂ ਸ਼ਾਇਦ ਤੁਹਾਡੀ ਸੱਸ ਤੁਹਾਡੇ ਨਾਲ ਸਹੀ ਨਹੀਂ ਸੀ? ਹਾਂਜੀ, ਇਸ ਵਜ੍ਹਾ ਤੋਂ ਕਹਿੰਦੇ ਸੀ, ਕਹਿੰਦੇ ਚ ਬੇਟਾ ਪੈਦਾ ਨਹੀਂ ਹੋ ਸਕਦਾ, ਬੇਟੀਆਂ ਹੀ ਹੋ ਰਹੀਆਂ ਨੇ। ਲੇਕਿਨ ਜਿਹੜਾ ਤੁਹਾਡਾ ਹਸਬੈਂਡ ਸੀ ਉਹ ਤਾਂ ਤੁਹਾਡੇ ਨਾਲ ਲਵ ਕਰਦਾ ਸੀ, ਪਿਆਰ ਕਰਦਾ ਸੀ, ਤੇ ਫਿਰ ਉਹ ਕਿਵੇਂ ਆਪਣੀ ਮਾਂ ਦੀ ਗੱਲਾਂ 'ਚ ਆ ਗਿਆ? ਬਸ ਆ ਉਹਨੇ ਹੀ। ਨਹੀਂ ਸੋਚਿਆ ਕਿ ਤੁਸੀਂ ਕਿਹਾ ਨਹੀਂ ਉਹਨੂੰ ਕਿ ਤੂੰ ਤੇ ਮੈਨੂੰ ਬੜੇ ਪਿਆਰ ਕਰਕੇ ਲਿਆਂਦਾ ਸੀ ਤੇ ਅੱਜ ਛੱਡਣ ਲੱਗਿਆ ਤੈਨੂੰ ਕੋਈ ਯਾਦ ਨਹੀਂ ਆਇਆ? ਬਸ ਮਾਂ ਨੇ ਪੱਟ ਲਿਆ ਉਹਨੂੰ, ਗੱਲਾਂ ਬਾਤਾਂ ਚ ਆਪਣੀਆਂ ਚ ਲੈ ਆਂਦਾ। ਅੱਛਾ, ਮਾਂ ਨੇ ਆਪਣੇ ਪੁੱਤਰ ਨੂੰ ਗੱਲਾਂ ਬਾਤਾਂ 'ਚ ਕਾਬੂ ਕਰ ਲਿਆ? ਹਾਂਜੀ, ਕਾਬੂ ਕਰ ਲਿਆ ਕਿ ਅਸੀਂ ਤੇਰੀ ਸ਼ਾਦੀ ਕਰਨੇ ਆ ਇਹ ਉਹ। ਉਹ ਵੀ ਲਾਲਚ 'ਚ ਆ ਗਿਆ, ਨਵੀਂ ਬੁੱਢੀ ਮਿਲੇਗੀ? ਹਾਂਜੀ, ਉਹ ਵੀ ਲਾਲਚ ਆ ਗਿਆ। ਅੱਛਾ ਅੱਛਾ, ਜਦੋਂ ਤੁਹਾਨੂੰ ਘਰੋਂ ਕੱਢ ਦਿੱਤਾ ਤੇ ਫਿਰ ਤੁਸੀਂ ਕਿਵੇਂ ਗੁਜ਼ਾਰਾ ਕੀਤਾ ਤੇ ਕਿਵੇਂ ਤੁਸੀਂ ਫਿਰ ਆਪਣੇ ਮਾਪਿਓ ਕੋ ਘਰ ਪਿੱਛੇ ਚਲੇ ਗਏ? ਗਏ ਸੀ ਤਾਂ ਉਹਨਾਂ ਕਿਹਾ ਤੁਸੀਂ ਆਪਣੀ ਮਰਜ਼ੀ ਕੀਤੀ, ਹੁਣ ਸਾਡੀ ਪਰ ਤੁਸੀਂ ਜੋ ਮਰਜ਼ੀ ਕਰੋ, ਮਰੋ ਜੀਵੋ ਆਪਣੇ। ਅੱਛਾ, ਉਹਨਾਂ ਤੁਹਾਨੂੰ ਐਕਸੈਪਟ ਹੀ ਨਹੀਂ ਕੀਤਾ? ਨਹੀਂ ਨਹੀਂ, ਕੋਈ ਨਹੀਂ। ਔਰ ਫਿਰ ਮੈਂ ਘਰਾਂ 'ਚ ਕੰਮ ਕਰਨ ਲੱਗ ਪਈ।
ਅੱਛਾ ਆਪਣੇ ਬੱਚਿਆਂ ਦਾ ਗੁਜ਼ਾਰਾ ਕਰ ਰਹੀ ਹਾਂ, ਘਰਾਂ 'ਚ ਕੰਮ ਕਰ ਰਹੀ ਹੁਣ ਹਾਂ। ਕਿਰਾਏ ਤੇ ਰਹਿੰਦੇ ਪਏ ਹੋ? ਹਾਂਜੀ, ਕਿਰਾਏ ਤੇ ਮਕਾਨ। ਕਿੰਨਾ ਕਿਰਾਏ ਦਾ ਮਕਾਨ, ਕਿੰਨਾ ਕਿਰਾਇਆ ਦਿੰਦੇ ਹੋ? 10,000 ਤੇ ਲਿਆ ਹੋਇਆ। 10,000 ਰੁਪਇਆ। ਹਾਂਜੀ, ਤੇ ਕਿੰਨੇ ਘਰਾਂ 'ਚ ਕੰਮ ਕਰਦੇ ਹੋ? ਉਹ ਮੇਰੀ ਬਹੁਤ ਹੈਲਪ ਕਰਦੇ ਨੇ, ਅੱਛਾ ਜਿਨ੍ਹਾਂ ਦੇ ਘਰ 'ਚ ਕੰਮ ਕਰਨੀ ਆ। ਮੇਰੀ ਸਾਰੀ ਹਕੀਕਤ ਆ, ਉਹਨਾਂ ਨੂੰ ਪਤਾ ਹੈ ਹਮ, ਕਿ ਉਹ ਮੈਨੂੰ ਸੈਲਰੀ ਤੋਂ ਬਾਅਦ ਹੀ ਦਿੰਦੇ ਨੇ, ਹੈਲਪ ਕਰਦੇ ਨੇ। ਅੱਛਾ ਮਤਲਬ ਤੁਹਾਡੀ ਸੈਲਰੀ ਤੋਂ ਇਲਾਵਾ ਵੀ ਹੈਲਪ ਤੁਹਾਡੀ ਕਰ ਦਿੰਦੇ ਨੇ ਗਰੀਬ ਸਮਝ ਕੇ। ਅੱਛਾ ਤੁਹਾਡੀ 3 ਬੇਟੀਆਂ ਤੁਹਾਡੇ ਨਾਲ ਨੇ? ਹਾਂਜੀ, ਤੇ ਫਿਰ ਗੁਜ਼ਾਰਾ ਹੋ ਰਿਹਾ ਹੈ, ਸਿਲਸਿਲਾ ਕੀ ਚੱਲ ਰਿਹਾ, ਕਿਵੇਂ ਮਤਲਬ ਤੁਹਾਡੀ ਹੈਲਪ ਅਗਰ ਉਹ ਨਾ ਕਰਨ ਤੇ ਫਿਰ ਤੇ ਤੁਸੀਂ ਮਤਲਬ 2 ਟਾਈਮ ਦੀ ਰੋਟੀ ਵੀ ਖਾਣੀ ਤੁਹਾਡੇ ਵਾਸਤੇ ਮੁਸ਼ਕਲ ਹੈ। ਹਾਂਜੀ, ਬਹੁਤ ਮੁਸ਼ਕਲ ਹੈ। ਅੱਛਾ ਤੇ ਜਦੋਂ ਤੁਸੀਂ ਲੋਕਾਂ ਦੇ ਘਰਾਂ 'ਚ ਕੰਮ ਕਰਨ ਜਾਂਦੇ ਹੋ ਤੇ ਤੁਹਾਨੂੰ ਲੋਕ ਨਹੀਂ ਬੁਰੀ ਨਜ਼ਰਾਂ ਨਾਲ ਦੇਖਦੇ, ਉਹ ਗੱਲਾਂ ਨਹੀਂ ਕਰਦੇ? ਦੇਖਦੇ ਨੇ, ਬਹੁਤ ਗੱਲਾਂ ਕਰਦੇ ਨੇ, ਕੀ ਕਰੀਏ, ਮਜਬੂਰ ਹਾਂ। ਅੱਛਾ ਹਾਂਜੀ, ਨਹੀਂ ਤੇ ਮਤਲਬ ਤੁਸੀਂ, ਤੁਹਾਡੀਆਂ 3 ਬੇਟੀਆਂ ਨੇ, ਤੁਸੀਂ ਖੁਦ ਜੇ 4 ਜੀ ਜੇ ਤੁਸੀਂ, ਤੇ ਮਤਲਬ ਹਜੇ ਤੁਸੀਂ ਯੰਗ ਜੇ, ਮਤਲਬ ਤੁਹਾਡੀ ਬੜੀ ਕਮ ਉਮਰ 'ਚ ਤੁਸੀਂ ਦੱਸਿਆ ਕਿ ਸ਼ਾਦੀ ਹੋਈ ਤੁਹਾਡੀ 16-17 ਸਾਲ, ਤੁਸੀਂ ਦੱਸਿਆ ਸਾਨੂੰ ਆਫ ਕੈਮਰੇ 'ਚ ਨਾਜ਼ਰੀਨ ਕਿ ਇਹਨਾਂ ਦੀ ਸ਼ਾਦੀ ਹੋਈ 5 ਸਾਲ ਇਹਨਾਂ ਦੀ ਸ਼ਾਦੀ ਰਹੀ ਹੈ ਤੇ 5 ਸਾਲ ਸ਼ਾਦੀ ਦੇ ਦੌਰਾਨ 3 ਬੇਟੀਆਂ ਹੋਈਆਂ ਨੇ ਤੇ ਇਸ ਟਾਈਮ ਇਹਨਾਂ ਦੀ ਉਮਰ ਜਿਹੜੀ ਨਾ 22 ਸਾਲ ਹੈ ਤੇ 3 ਬੇਟੀਆਂ ਨੇ ਇਹਨਾਂ ਕੋਲ ਤੇ ਇੱਕ ਕਿਰਾਏ ਦੇ ਘਰ 'ਚ ਅਕੇਲੀ ਬੇਸਹਾਰਾ ਤੇ ਲੋਕਾਂ ਦੇ ਘਰਾਂ 'ਚ ਕੰਮ ਕਰਦੇ ਨੇ ਤੇ ਆਪਣਾ ਗੁਜ਼ਾਰਾ ਕਰ ਰਹੇ ਨੇ। ਤੇ ਹੁਣ ਤੁਸੀਂ, ਤੁਹਾਡਾ ਮੀਡੀਆ ਤੇ ਆਉਣ ਦਾ ਮਕਸਦ ਕੀ ਹੈ ਕਿ ਜਿਹੜੇ ਸਾਡੇ ਨਾਜ਼ਰੀਨ ਵੇਖਣ ਡੇ ਨੇ, ਤੁਹਾਡਾ ਤੁਸੀਂ ਕਿਉਂ ਮੀਡੀਆ ਤੇ ਆਏ ਹੋ? ਹਾਂਜੀ, ਮੇਰਾ ਮਕਸਦ ਇਹ ਹੈ ਕਿ ਕੋਈ ਅੱਛਾ ਇਨਸਾਨ ਮਿਲ ਜਾਵੇ ਤੇ ਮੈਂ ਸ਼ਾਦੀ ਕਰਨਾ ਚਾਹੁੰਦੀ ਹਾਂ, ਅੱਛਾ ਜਿਹੜਾ ਇੱਜ਼ਤ ਨਾਲ ਬਿਠਾ ਸਕੇ, ਮੇਰੇ ਬੱਚਿਆਂ ਨੂੰ ਸੰਭਾਲ ਸਕੇ। ਮੈਂ ਬਹੁਤ ਤੰਗ ਆ ਗਈ। ਅੱਛਾ ਮਤਲਬ ਕੱਲਿਆਂ ਰਹਿ ਕੇ ਤੇ ਇੱਕ ਘਰਾਂ 'ਚ ਕੰਮ ਕਰਕੇ, ਜ਼ਾਹਿਰ ਬਾਤ ਨੁਕਰਾਨੀ ਬਣ ਕੇ ਕਿਸੇ ਦੇ ਘਰ 'ਚ ਕੰਮ ਕਰਨਾ ਸਾਰੀ ਜ਼ਿੰਦਗੀ ਤੇ ਤੁਸੀਂ ਨਹੀਂ ਇੰਜ ਗੁਜ਼ਾਰਨਾ ਚਾਹੁੰਦੇ, ਉਮਰ ਵੀ ਤੁਹਾਡੀ ਕੁਝ ਨਹੀਂ ਹੈ ਤੇ ਮਤਲਬ ਤੁਸੀਂ ਹੁਣ ਰਿਸ਼ਤਾ ਚਾਹੁੰਦੇ ਹੋ, ਰਿਸ਼ਤਾ ਕਰਨਾ, ਨਿਕਾਹ ਕਰਨਾ ਚਾਹੁੰਦੇ ਹੋ, ਕਿਸ ਤਰ੍ਹਾਂ ਦਾ ਸ਼ਖਸ ਚਾਹੁੰਦੇ ਹੋ ਤੁਸੀਂ, ਕਿਸ ਤਰ੍ਹਾਂ ਦਾ ਤੁਹਾਨੂੰ ਸ਼ਖਸ ਮਿਲੇ ਤੇ ਤੁਸੀਂ ਨਿਕਾਹ ਕਰ ਲਓਗੇ? ਕੋਈ ਅੱਛਾ ਇਨਸਾਨ ਮੁਖਲਸ ਮਿਲੇ, ਜਿਹੜੀ ਇੱਜ਼ਤ ਨਾਲ ਰੋਟੀ ਕਮਾ ਤੇ ਖਵਾ ਸਕੇ, ਮੇਰੇ ਬੱਚਿਆਂ ਨੂੰ ਸੰਭਾਲ ਸਕੇ, ਅੱਛਾ ਮੈਨੂੰ ਇੱਜ਼ਤ ਦੇ ਮਤਲਬ ਸਕੇ। ਤੁਹਾਨੂੰ ਇਸ ਚੀਜ਼ ਦੀ ਗਾਰੰਟੀ ਚਾਹੀਦੀ ਜਿਹੜਾ ਤੁਹਾਨੂੰ ਇੱਜ਼ਤ ਦੇਵੇ, ਤੁਹਾਡੇ ਬੱਚਿਆਂ ਨੂੰ ਰੋਟੀ ਤੇ ਤੁਹਾਨੂੰ ਘਰ ਬਹਿ ਕੇ ਤੁਹਾਨੂੰ ਖਿਲਾ ਸਕੇ ਤੇ ਤੁਸੀਂ ਉਹਦੇ ਨਾਲ ਕਰਨ ਨੂੰ ਤਿਆਰ? ਹਾਂਜੀ ਹਾਂਜੀ, ਕਰਨ ਨੂੰ ਤਿਆਰ। ਅੱਛਾ ਇਹਦੇ ਤੋਂ ਇਲਾਵਾ ਤੁਸੀਂ ਕੀ ਚਾਹੁੰਦੇ ਹੋ ਸਾਡੇ ਨਾਜ਼ਰੀਨ? ਮੈਂ ਹੈਲਪ ਕਰਵਾਉਣਾ ਚਾਹੁੰਦੀ ਹਾਂ ਕਿ ਮੈਂ ਆਪਣੇ ਘਰ 'ਚ ਕੋਈ ਛੋਟਾ ਮੋਟਾ ਕਾਰੋਬਾਰ ਆਪਣੇ ਬੱਚਿਆਂ ਦੇ ਕੋਲ ਗੁਜ਼ਾਰਾ ਕਰ ਸਕਾਂ। ਕੀ ਕਰ ਲੈਂਦੇ ਹੋ? ਕੱਪੜੇ ਸਿਲਾਈ ਵੀ ਕਰ ਲੈਂਦੇ ਹਾਂ, ਅਗਰ ਅੱਛਾ ਕੋਈ ਹੈਲਪ ਹੋ ਜਾਏ ਤੇ ਮੈਂ ਮਸ਼ੀਨ ਵਗੈਰਾ ਵੀ। ਕਿੰਨੇ ਦੀ ਮਸ਼ੀਨ ਆਏਗੀ? 25-30 ਹਜ਼ਾਰ ਕਹਿ ਰਹੇ ਨੇ ਮਸ਼ੀਨ। ਅੱਛਾ ਮਤਲਬ ਤੁਹਾਡੀ ਅਗਰ ਸਾਡੇ ਨਾਜ਼ਰੀਨ ਕੋ 25-30 ਹਜ਼ਾਰ ਦੀ ਹੈਲਪ ਕਰ ਦੇਣ ਤੇ ਤੁਸੀਂ ਸਿਲਾਈ ਮਸ਼ੀਨ ਲੈ ਕੇ ਤੇ ਖੁਦ ਘਰ ਦੇ ਵਿੱਚ ਆਪਣੇ ਮਤਲਬ ਸਿਲਾਈ ਕਰਕੇ ਕੱਪੜੇ ਤੇ ਆਪਣੇ ਬੱਚਿਆਂ ਨੂੰ ਤੇ ਆਪ ਖੁਦ ਦਾ ਪੇਟ ਪਾਲਣਾ ਚਾਹੁੰਦੇ हो? ਹਾਂਜੀ ਹਾਂਜੀ ठीक हो गया। तो नाजरीन आपने देखा एक हमारे साथ मोहतरमा मौजूद है, उनकी स्टोरी सुनी है कि लव मैरिज हमने देखी, यही सुना है, तब भी किसी का लव मैरिज का सुना है ना, कोई शायद 100 में से 2 या 3 लव मैरिज होती हैं जो कामयाब होती हैं, अदरवाइज़ उनका नतीजा यही निकलता है कि एंड पे डिवोर्स हो जाता है। इस मोहतरमा के साथ, इन बहन के साथ भी यही कुछ हुआ है कि इनको पहले इनसे शादी की गई, इनको फिर घर में बड़ी मुश्किल से बसाया गया, लेकिन 3 बेटियां होने की वजह से इनको डिवोर्स दे दी गई कि इनके घर बेटा नहीं था और अब ये 3 बेटियों को और ख़ुद उनको लेके किराए के घर में दर बदर धक्के खा रही हैं। और इनका यही आपसे मुखियर हजरात से रिक्वेस्ट है कि इनकी हेल्प की जाए ताकि ये कुछ सिलाई मशीन लेके ख़ुद घर में ये काम करना चाहती हैं। ये नहीं चाहती कि मैं बाहर जाऊँ, लोग उल्टी सीधी बातें करते हैं, लोग बुरी नज़र रखते हैं। तो नाज़रीन आपसे ज़्यादा से ज़्यादा गुजारिश है इनकी हेल्प करें। और दूसरा ये चाहती हैं कि अगर कोई मुखलिस इंसान होगा जो इनको इज़्ज़त दे और इनका जो ख़र्चा उठाए, इनकी बच्चियों को अपना समझे, तो ये शादी भी करना चाहती हैं क्योंकि अकेले रह के तंग आ चुकी हैं। तो नाज़रीन मज़ीद वीडियोज़ देखने के लिए हमारे चैनल को सब्सक्राइब करें, शेयर करें, दुआओं में याद रखिएगा, अपना ख्याल रखिएगा। अल्लाह हाफ़िज़।